हाँ जी, ਸਾਇੰਸ ਦੀ 17ਵੀਂ ਕਲਾਸ ਹੈ ਈਟੀਟੀ ਸੈਕੰਡ ਈਅਰ ਸਾਇੰਸ ਦੀ। ਇਸ ਤੋਂ ਪਹਿਲਾਂ ਆਪਣੀਆਂ 16 ਕਲਾਸਾਂ ਹੋ ਚੁੱਕੀਆਂ ਹਨ। ਜੇਕਰ ਤੁਸੀਂ ਉਹ ਨਹੀਂ ਦੇਖੀਆਂ ਤਾਂ ਉਹ ਜ਼ਰੂਰ ਦੇਖ ਲਓ ਜੀ। ਇਹ ਆਪਣੀ ਯੂਨਿਟ 3 ਆਪਾਂ ਕਰ ਰਹੇ ਹਾਂ ਜੀ। ਇਸ ਦੀਆਂ ਵੀ 3 ਕਲਾਸਾਂ ਹੋ ਚੁੱਕੀਆਂ ਹਨ, 14, 15, 16 ਨੰਬਰ ਜੋ ਕਲਾਸ ਹੈ ਉਹ ਇਸੇ ਯੂਨਿਟ ਦੀਆਂ ਕਲਾਸਾਂ ਹਨ। ਤੁਹਾਨੂੰ ਮੈਂ ਇਹ ਨਹੀਂ ਦੱਸ ਸਕਿਆ ਜੀ ਕੁਐਸਚਨ ਕਿਹੜੇ ਆਏ ਸਨ ਪਿਛਲੀ ਵਾਰੀ, ਉਹ ਪਹਿਲਾਂ ਮੈਂ ਦੱਸ ਦੇਵਾਂ। ਪਿਛਲੀ ਵਾਰ ਜੋ ਕੁਐਸਚਨ ਆਏ ਸਨ 2, ਇਹਦੇ ਵਿੱਚੋਂ ਹਰੇਕ ਯੂਨਿਟ 'ਚੋਂ 10 ਨੰਬਰ ਦਾ ਕੁਐਸਚਨ ਆਉਣਾ ਹੈ, ਤੁਹਾਨੂੰ ਮੈਂ ਪਹਿਲਾਂ ਹੀ ਦੱਸ ਦਿੱਤਾ ਜੀ। ਅਤੇ ਜਿਹੜੇ ਪਿਛਲੀ ਵਾਰ 2 ਕੁਐਸਚਨ ਆਏ ਸਨ ਉਹ ਆਏ ਸਨ। ਇੱਕ ਕੁਐਸਚਨ ਆਇਆ ਸੀ ਸੰਕਲਪਾਂ ਦਾ ਸੰਗਠਨ ਕਰਦੇ ਸਮੇਂ ਧਿਆਨ ਵਿੱਚ ਰੱਖੇ ਜਾਣ ਵਾਲੇ ਕਾਰਕ ਅਤੇ ਸਿਧਾਂਤਾਂ ਬਾਰੇ ਦੱਸੋ। ਅਤੇ ਦੂਸਰਾ ਕੁਐਸਚਨ ਆਇਆ ਸੀ ਜੀ ਸਵੈ ਨਿਰਮਿਤ ਦਾ ਕੀ ਭਾਵ ਹੈ, ਇਸ ਦੀਆਂ ਉਦਾਹਰਨਾਂ ਬਾਰੇ ਦੱਸੋ ਜੀ। 2 ਕੁਐਸਚਨ ਇਹ ਆਏ ਸਨ। ਇਸ ਵਾਰ ਤੁਸੀਂ ਇਹ ਵਿਗਿਆਨ ਪਾਠ ਯੋਜਨਾ ਤੱਤ ਬਣਤਰ ਪ੍ਰਯੋਗਸ਼ਾਲਾ ਕਾਰਜ ਦੀ ਯੋਜਨਾਬੰਦੀ ਜੋ ਆਪਾਂ ਅੱਜ ਕਰਨ ਜਾ ਰਹੇ ਹਾਂ ਕਲਾਸ 17 'ਚ, 16 ਕਲਾਸ 'ਚ ਇਹ ਕੀਤਾ ਹੈ ਜੀ। ਅਤੇ ਇੱਕ 14 ਨੰਬਰ ਕਲਾਸ, ਇਹ 3 ਕਲਾਸਾਂ ਤੁਸੀਂ ਚੰਗੀ ਤਰ੍ਹਾਂ ਦੇਖ ਲਿਓ, ਇਹਨਾਂ ਵਿੱਚੋਂ ਹੀ ਕੁਐਸਚਨ ਆ ਜਾਵੇਗਾ। ਕਲਾਸ ਨੰਬਰ 14, 16 ਔਰ 17 ਇਹਨਾਂ ਵਿੱਚੋਂ ਕੁਐਸਚਨ ਆ ਜਾਵੇਗਾ ਜੀ। ਬਾਕੀ ਜਿਹੜੀਆਂ ਦੂਸਰੀਆਂ 2 ਕਲਾਸਾਂ ਹਨ ਉਹ ਤੁਸੀਂ ਥੋੜ੍ਹਾ ਜਿਹਾ ਦੇਖ ਲਿਓ। ਇਹ ਕਲਾਸਾਂ ਤੁਸੀਂ 1-2 ਵਾਰ ਜ਼ਰੂਰ ਦੇਖ ਕੇ ਜਾਇਓ ਪੇਪਰ ਦੇਣ ਤੋਂ ਪਹਿਲਾਂ ਹੀ। ਸ਼ੁਰੂ ਕਰਦੇ ਹਾਂ ਅੱਜ ਦੀ ਕਲਾਸ ਜੋ ਆਪਣੀ ਹੈ ਪ੍ਰਯੋਗਸ਼ਾਲਾ ਕਾਰਜ ਦੀ ਯੋਜਨਾਬੰਦੀ। ਪ੍ਰਯੋਗਸ਼ਾਲਾ ਕਾਰਜ ਦੀ ਯੋਜਨਾਬੰਦੀ ਅੱਜ ਦੀ। ਪ੍ਰਯੋਗਸ਼ਾਲਾ ਕਾਰਜ ਵਿਗਿਆਨ ਸਿੱਖਿਆ ਦਾ ਅਨਿੱਖੜਵਾਂ ਅੰਗ ਹੈ ਜੀ। ਵਿਗਿਆਨ ਸਿੱਖਿਆ ਤੁਹਾਨੂੰ ਪਤਾ ਹੈ ਪ੍ਰਯੋਗਸ਼ਾਲਾ ਤੋਂ ਬਿਨਾਂ ਸੰਭਵ ਹੀ ਨਹੀਂ ਹੈ। ਵਿਗਿਆਨ ਦੀ ਤਰੱਕੀ ਇਸ ਦੀ ਮਹੱਤਵਪੂਰਨ ਭੂਮਿਕਾ ਰਹੀ ਹੈ। ਬਹੁਤ ਸਾਰੀਆਂ ਖੋਜਾਂ ਅਤੇ ਕਾਢਾਂ ਪ੍ਰਯੋਗਸ਼ਾਲਾ ਵਿੱਚ ਹੋਈਆਂ ਹਨ ਜੀ। ਪ੍ਰਯੋਗੀ ਕੰਮ ਵਿਗਿਆਨ ਪਾਠਕ੍ਰਮ ਦਾ ਮਹੱਤਵਪੂਰਨ ਭਾਗ ਹੈ। ਪ੍ਰਯੋਗੀ ਕੰਮ ਪ੍ਰੈਕਟੀਕਲ ਵਰਕ ਜਿਹੜਾ ਹੈ ਉਹ ਵਿਗਿਆਨ ਪਾਠਕ੍ਰਮ ਦਾ ਮਹੱਤਵਪੂਰਨ ਭਾਗ ਹੈ ਜੀ। ਉੱਚ ਪ੍ਰਾਇਮਰੀ ਪੱਧਰ ਉੱਤੇ ਪ੍ਰਯੋਗੀ ਕੰਮ ਅਜਿਹਾ ਹੋਣਾ ਚਾਹੀਦਾ ਹੈ ਜਿਸ ਦੁਆਰਾ ਵਿਦਿਆਰਥੀ ਵਿਗਿਆਨ ਪ੍ਰਯੋਗਸ਼ਾਲਾ ਵਿੱਚ ਵਰਤੇ ਜਾਂਦੇ ਉਪਕਰਨਾਂ ਅਤੇ ਤਕਨੀਕਾਂ ਤੋਂ ਜਾਣੂ ਹੋ ਸਕਣ। ਇਸ ਦੇ ਨਾਲ ਹੀ ਉਹਨਾਂ ਵਿੱਚ ਸਮੱਸਿਆ ਸਮਾਧਾਨ ਦੇ ਹੁਨਰਾਂ ਦਾ ਵਿਕਾਸ ਹੋ ਸਕੇ ਜਿਸ ਦੁਆਰਾ ਉਹ ਸਮੱਸਿਆ ਪਛਾਣਨ, ਤਜਰਬੇ ਕਰਨ, ਡਾਟਾ ਇਕੱਠਾ ਕਰਨ ਅਤੇ ਵਿਸ਼ਲੇਸ਼ਣ ਕਰਨ ਦੇ ਯੋਗ ਬਣ ਸਕਣ। ਇਹ ਉਦੇਸ਼ ਤਾਂ ਹੀ ਪ੍ਰਾਪਤ ਕੀਤੇ ਜਾ ਸਕਦੇ ਹਨ ਜੇਕਰ ਪ੍ਰਯੋਗਸ਼ਾਲਾ ਕਾਰਜ ਦੀ ਯੋਜਨਾਬੰਦੀ ਉੱਤੇ ਪੂਰਾ ਧਿਆਨ ਦਿੱਤਾ ਜਾਵੇ। ਸਹੀ ਯੋਜਨਾਬੰਦੀ ਦੁਆਰਾ ਹੀ ਹਰ ਵਿਦਿਆਰਥੀ ਨੂੰ ਉਪਕਰਨਾਂ ਨੂੰ ਹੱਥੀਂ ਵਰਤਣ, ਸਾਜੋ ਸਮਾਨ ਨੂੰ ਜਾਣਨ ਅਤੇ ਪ੍ਰਯੋਗ ਕਰਨ ਦਾ ਮੌਕਾ ਪ੍ਰਾਪਤ ਹੋ ਸਕਦਾ ਹੈ। ਕੀ ਕਹਿੰਦੇ ਆ ਇਹ ਉਦੇਸ਼ ਤਾਂ ਹੀ ਪ੍ਰਾਪਤ ਕੀਤੇ ਜਾ ਸਕਦੇ ਹਨ ਜੇਕਰ ਪ੍ਰਯੋਗਸ਼ਾਲਾ ਕਾਰਜ ਦੀ ਯੋਜਨਾਬੰਦੀ ਉੱਤੇ ਪੂਰਾ ਧਿਆਨ ਦਿੱਤਾ ਜਾਵੇ। ਸਹੀ ਯੋਜਨਾਬੰਦੀ ਦੁਆਰਾ ਹੀ ਹਰ ਵਿਦਿਆਰਥੀ ਨੂੰ ਉਪਕਰਨਾਂ ਨੂੰ ਹੱਥੀਂ ਵਰਤਣ, ਸਾਜੋ ਸਮਾਨ ਨੂੰ ਜਾਣਨ ਅਤੇ ਪ੍ਰਯੋਗ ਕਰਨ ਦਾ ਮੌਕਾ ਪ੍ਰਾਪਤ ਹੋ ਸਕਦਾ ਹੈ। ਸਿੱਟੇ ਵਜੋਂ ਉਹ ਸੁਤੰਤਰ ਹੋ ਕੇ ਕੋਕ ਕਰ ਸਕਦੇ ਹਨ, ਆਪਣੀਆਂ ਸਮੱਸਿਆਵਾਂ ਦੇ ਹੱਲ ਲੱਭ ਸਕਦੇ ਹਨ। ਪ੍ਰਯੋਗੀ ਕੰਮ ਦੀ ਯੋਜਨਾਬੰਦੀ ਕਰਦੇ ਸਮੇਂ ਹੇਠ ਲਿਖੀਆਂ ਗੱਲਾਂ ਧਿਆਨ ਵਿੱਚ ਰੱਖਣੀਆਂ ਚਾਹੀਦੀਆਂ ਹਨ। ਪ੍ਰਯੋਗੀ ਕੰਮ ਦੀ ਯੋਜਨਾਬੰਦੀ ਕਰਦੇ ਸਮੇਂ ਕਿਹੜੀਆਂ ਗੱਲਾਂ ਧਿਆਨ ਵਿੱਚ ਰੱਖਣੀਆਂ ਚਾਹੀਦੀਆਂ ਹਨ ਉਹ ਇਸ ਤਰ੍ਹਾਂ ਨਹੀਂ। ਨੰਬਰ 1 ਹੈ ਕੀ ਵਿਦਿਆਰਥੀਆਂ ਲਈ ਪ੍ਰਯੋਗ ਦੇ ਉਦੇਸ਼ ਸਪਸ਼ਟ ਹਨ। ਵਿਦਿਆਰਥੀਆਂ ਲਈ ਜੋ ਪ੍ਰਯੋਗ ਦੇ ਉਦੇਸ਼ ਹਨ ਉਹ ਕੀ ਸਪਸ਼ਟ ਹਨ ਨਹੀਂ। ਇਸ ਲਈ ਪ੍ਰਯੋਗ ਸ਼ੁਰੂ ਕਰਨ ਤੋਂ ਪਹਿਲਾਂ ਵਿਦਿਆਰਥੀਆਂ ਨਾਲ ਪ੍ਰਯੋਗ ਬਾਰੇ ਚਰਚਾ ਕਰਨੀ ਚਾਹੀਦੀ ਹੈ। ਇਸ ਚਰਚਾ ਵਿੱਚ ਪ੍ਰਯੋਗ ਬਾਰੇ ਜਾਣਕਾਰੀ ਦੇਣੀ ਚਾਹੀਦੀ ਹੈ। ਉਹਨਾਂ ਨੇ ਕੀ ਲੱਭਣਾ ਹੈ, ਕਿਸ ਤਰ੍ਹਾਂ ਲੱਭਣਾ ਹੈ, ਕਿਹੜੀਆਂ ਜ਼ਰੂਰੀ ਗੱਲਾਂ ਨੂੰ ਧਿਆਨ ਵਿੱਚ ਰੱਖਣਾ ਹੈ, ਪ੍ਰਯੋਗ ਨਾਲ ਜੁੜੇ ਹੋਏ ਕਿਹੜੇ ਖਤਰੇ ਹਨ, ਵਿਦਿਆਰਥੀਆਂ ਨੇ ਕਿਹੜੇ ਸੁਰੱਖਿਆ ਨਿਯਮਾਂ ਨੂੰ ਧਿਆਨ ਵਿੱਚ ਰੱਖਣਾ ਹੈ। ਇਸ ਵਿੱਚ ਪ੍ਰਯੋਗ ਦੀ ਕਾਰਜਵਿਧੀ ਵੀ ਚਰਚਾ ਕੀਤੀ ਜਾ ਸਕਦੀ ਹੈ। ਹਾਂਜੀ, ਪਹਿਲਾ ਜੋ ਪੁਆਇੰਟ ਆਪਾਂ ਪੜ੍ਹਿਆ ਹੈ 1 ਨੰਬਰ ਕਿ ਵਿਦਿਆਰਥੀਆਂ ਲਈ ਪ੍ਰਯੋਗ ਦੇ ਉਦੇਸ਼ ਸਪਸ਼ਟ ਹਨ। ਇਸ ਲਈ ਪ੍ਰਯੋਗ ਸ਼ੁਰੂ ਕਰਨ ਤੋਂ ਪਹਿਲਾਂ ਵਿਦਿਆਰਥੀਆਂ ਨਾਲ ਪ੍ਰਯੋਗ ਬਾਰੇ ਚਰਚਾ ਕਰਨੀ ਚਾਹੀਦੀ ਹੈ। ਇਸ ਚਰਚਾ ਵਿੱਚ ਹੀ ਪ੍ਰਯੋਗ ਬਾਰੇ ਮੁੱਢਲੀ ਜਾਣਕਾਰੀ ਦੇਣੀ ਚਾਹੀਦੀ ਹੈ ਕਿ ਕਿਸ ਤਰ੍ਹਾਂ ਦਾ ਆਪਾਂ ਪ੍ਰਯੋਗ ਕਰਨ ਜਾ ਰਹੇ ਹਾਂ, ਉਹਨਾਂ ਨੇ ਕੀ ਲੱਭਣਾ ਹੈ, ਕਿਸ ਤਰ੍ਹਾਂ ਲੱਭਣਾ, ਕਿਹੜੀਆਂ ਜ਼ਰੂਰੀ ਗੱਲਾਂ ਨੂੰ ਧਿਆਨ ਵਿੱਚ ਰੱਖਣਾ ਹੈ ਪ੍ਰਯੋਗ ਕਰਦੇ ਸਮੇਂ। ਪ੍ਰਯੋਗ ਨਾਲ ਜੁੜੇ ਹੋਏ ਕਿਹੜੇ ਖਤਰੇ ਹਨ, ਕੋਈ ਵੀ ਖਤਰੇ ਹੋ ਸਕਦੇ ਹਨ ਜਿਵੇਂ ਪ੍ਰਯੋਗਸ਼ਾਲਾ ਵਿੱਚ ਵੀ ਵੱਖ-ਵੱਖ ਤੇਜ਼ਾਬ ਵੀ ਹੁੰਦੇ ਹਨ। ਪ੍ਰਯੋਗਸ਼ਾਲਾ ਵਿੱਚ ਵਿਦਿਆਰਥੀਆਂ ਨੇ ਕਿਹੜੇ ਸੁਰੱਖਿਆ ਨਿਯਮਾਂ ਨੂੰ ਧਿਆਨ ਵਿੱਚ ਰੱਖਣਾ ਹੈ, ਪ੍ਰਯੋਗਸ਼ਾਲਾ ਵਿੱਚ ਕਿਹੜੇ ਸੁਰੱਖਿਆ ਨਿਯਮਾਂ ਨੂੰ ਧਿਆਨ ਵਿੱਚ ਰੱਖਣਾ ਹੈ। ਇਸ ਵਿੱਚ ਪ੍ਰਯੋਗ ਦੀ ਕਾਰਜਵਿਧੀ ਬਾਰੇ ਵੀ ਚਰਚਾ ਕੀਤੀ ਜਾ ਸਕਦੀ ਹੈ, ਪਰ ਇਸ ਦੇ ਨਾਲ ਹੀ ਉਹਨਾਂ ਇਹ ਵੀ ਖੁੱਲ੍ਹ ਹੋਣੀ ਚਾਹੀਦੀ ਹੈ ਕਿ ਉਹ ਆਪਣੀ ਵੱਖਰੀ ਕਾਰਜਵਿਧੀ ਦੀ ਵਰਤੋਂ ਕਰ ਸਕਣ। ਇਸ ਤੋਂ ਬਾਅਦ ਦੂਸਰਾ ਪੁਆਇੰਟ ਜੋ ਹੈ ਪ੍ਰਯੋਗੀ ਕਾਰਜ ਦੌਰਾਨ ਅਧਿਆਪਕ ਦੀ ਕੀ ਭੂਮਿਕਾ ਹੋਵੇਗੀ।
ਥਰਡ ਪੁਆਇੰਟ, ਪ੍ਰਯੋਗੀ ਕਾਰਜ ਦੌਰਾਨ ਵਰਤੇ ਜਾਣ ਵਾਲੇ ਉਪਕਰਨ ਅਧਿਆਪਕ ਦੁਆਰਾ ਪਹਿਲਾਂ ਜਾਂਚ ਲੈਣੇ ਚਾਹੀਦੇ ਹਨ। ਅਧਿਆਪਕ ਦੁਆਰਾ ਜੋ ਉਪਕਰਨ ਵਰਤਣੇ ਉਹਨੂੰ ਜਾਂਚ ਲੈਣੇ ਚਾਹੀਦੇ ਹਨ ਕਿ ਉਹ ਸਾਰੇ ਸਹੀ ਕੰਮ ਕਰ ਰਹੇ ਹਨ ਜਾਂ ਨਹੀਂ। ਨੰਬਰ 4 ਪੁਆਇੰਟ ਜੋ ਹੈ, ਪ੍ਰਯੋਗ ਸਥਾਪਿਤ ਕਰਨ ਵਿੱਚ ਵਿਦਿਆਰਥੀਆਂ ਦਾ ਸੰਯੋਗ ਕਿਵੇਂ ਲਿਆ ਜਾ ਸਕਦਾ ਜੀ। ਇਸ ਤੋਂ ਬਾਅਦ ਜੋ 5 ਪੁਆਇੰਟ ਹੈ, ਪ੍ਰਯੋਗ ਵਿੱਚ ਵਰਤੇ ਜਾਣ ਵਾਲੇ ਉਪਕਰਨਾਂ ਦੀ ਗਿਣਤੀ ਕਾਫੀ ਹੋਣੀ ਚਾਹੀਦੀ ਹੈ ਤਾਂ ਜੋ ਹਰ ਵਿਦਿਆਰਥੀ ਇਕੱਲੇ ਤੌਰ ਉੱਤੇ ਜਾਂ 2-3 ਵਿਦਿਆਰਥੀ ਦੇ ਗਰੁੱਪ ਵਿੱਚ ਕੰਮ ਕਰ ਸਕਣ। ਹਾਂਜੀ, ਜੋ ਪ੍ਰਯੋਗ ਵਿੱਚ ਵਰਤੇ ਜਾਣ ਵਾਲੇ ਉਪਕਰਨ ਹਨ ਉਹਨਾਂ ਦੀ ਗਿਣਤੀ ਕਾਫੀ ਹੋਣੀ ਚਾਹੀਦੀ ਤਾਂ ਕਿ ਜੋ ਵਿਦਿਆਰਥੀ ਇਕੱਲੇ ਜਾਂ ਫਿਰ 2-3 ਦੇ ਗਰੁੱਪ ਵਿੱਚ ਕੰਮ ਕਰ ਸਕਣ। ਜੇਕਰ ਵਿਦਿਆਰਥੀਆਂ ਦੀ ਗਿਣਤੀ ਜ਼ਿਆਦਾ ਹੋਵੇ ਤਾਂ ਉਹਨਾਂ ਨੂੰ ਗਰੁੱਪਾਂ ਵਿੱਚ ਵੰਡ ਲੈਣਾ ਚਾਹੀਦਾ ਜੀ। ਨੰਬਰ 7 ਪੁਆਇੰਟ ਹੈ, ਜੇਕਰ ਕਿਸੇ ਪ੍ਰਯੋਗ ਲਈ ਲੋੜੀਂਦੇ ਉਪਕਰਨ ਪੂਰੀ ਗਿਣਤੀ ਵਿੱਚ ਉਪਲਬਧ ਨਾ ਹੋਣ ਤਾਂ ਇੱਕ ਤੋਂ ਜ਼ਿਆਦਾ ਪ੍ਰਯੋਗ ਇੱਕੋ ਸਮੇਂ ਕਰਾਉਣ ਦੀ ਯੋਜਨਾਬੰਦੀ ਕਰ ਲੈਣੀ ਚਾਹੀਦੀ ਤਾਂ ਜੋ ਵਿਦਿਆਰਥੀ ਵਾਰੀ ਸਿਰ ਪ੍ਰਯੋਗ ਕਰ ਸਕਣ। ਹਾਂਜੀ, ਜੇਕਰ ਕਹਿੰਦੇ ਉਪਕਰਨ ਪੂਰੀ ਤਰ੍ਹਾਂ ਗਿਣਤੀ 'ਚ ਉਪਲਬਧ ਨਹੀਂ ਹਨ ਤਾਂ ਇੱਕ ਤੋਂ ਜ਼ਿਆਦਾ ਪ੍ਰਯੋਗ ਇੱਕੋ ਸਮੇਂ ਕਰਵਾਉਣੇ ਚਾਹੀਦੇ ਹਨ। 2-3 ਟੀਮਾਂ 'ਚ ਵਿਦਿਆਰਥੀ ਨੂੰ ਵੰਡ ਦੇਣਾ ਚਾਹੀਦਾ। ਪਹਿਲਾ ਟੀਮ ਉਹ ਦੂਸਰਾ ਪ੍ਰਯੋਗ ਕਰ ਲਏਗੀ, ਬਾਅਦ ਵਿੱਚ ਉਹ ਪਹਿਲੇ ਵਾਲਾ ਪ੍ਰਯੋਗ ਕਰ ਲਏਗੀ ਜੋ ਪਹਿਲੇ ਟੀਮ ਨੇ ਕੀਤਾ ਸੀ। ਨੰਬਰ 8 ਪੁਆਇੰਟ, ਕੀ ਪ੍ਰਯੋਗ ਵਿਧੀ ਸਰਲ ਹੈ, ਸਮੇਂ ਵਿੱਚ ਪੂਰਨ ਹੋ ਜਾਵੇਗੀ? ਇਹ ਵੀ ਧਿਆਨ ਰੱਖਣਾ ਚਾਹੀਦਾ ਹੈ। ਪ੍ਰਯੋਗ ਵਿਧੀ ਜਿਹੜੀ ਹੈ ਸਰਲ ਹੈ, ਸਮੇਂ 'ਚ ਪੂਰੀ ਹੋ ਜਾਵੇਗੀ। 9 ਪੁਆਇੰਟ ਹੈ, ਪ੍ਰਯੋਗਸ਼ਾਲਾ ਕਾਰਜ ਅਤੇ ਕਲਾਸਰੂਮ ਪ੍ਰਕਿਰਿਆ ਵਿੱਚ ਅੰਤਰ ਸੰਬੰਧ ਕਿਵੇਂ ਸਥਾਪਿਤ ਹੋਵੇਗਾ? ਇਹ ਵੀ ਧਿਆਨ ਵਿੱਚ ਰੱਖਣਾ ਜੀ। ਪ੍ਰਯੋਗਸ਼ਾਲਾ ਕਾਰਜ ਅਤੇ ਕਲਾਸਰੂਮ ਪ੍ਰਕਿਰਿਆ ਵਿੱਚ ਅੰਤਰ ਸੰਬੰਧ ਕਿਵੇਂ ਸਥਾਪਿਤ ਹੋਵੇਗਾ। ਨੰਬਰ 10 ਹੈ ਜੀ, ਪ੍ਰਯੋਗਸ਼ਾਲਾ ਕਾਰਜ ਵਿੱਚ ਆਮ ਕਰਕੇ 2 ਪਹੁੰਚਾਂ ਅਪਣਾਈਆਂ ਹਨ, ਨਿਗਮਾਤਮਿਕ ਅਤੇ ਅਗਨਾਤਮਿਕ, ਡਿਡਕਟਿਵ ਐਂਡ ਇੰਡਕਟਿਵ। ਯੋਜਨਾਬੰਦੀ ਕਰਦੇ ਸਮੇਂ ਅਪਣਾਈ ਜਾਣ ਵਾਲੀ ਪਹੁੰਚ ਨੂੰ ਧਿਆਨ ਵਿੱਚ ਰੱਖਣਾ, ਜਿੱਥੋਂ ਤੱਕ ਸੰਭਵ ਹੋ ਸਕੇ ਅਗਮਾਨਾਤਮਿਕ ਇੰਡਕਟਿਵ ਪਹੁੰਚ ਨੂੰ ਪਹਿਲ ਦੇਣੀ ਚਾਹੀਦੀ ਹੈ ਕਿਉਂਕਿ ਇਹ ਨਿਰਮਾਣਵਾਦੀ ਪਹੁੰਚ ਹੈ ਜੀ। ਪ੍ਰਯੋਗਸ਼ਾਲਾ ਕਾਰਜ ਰਾਹੀਂ ਵਿਦਿਆਰਥੀ ਵਿੱਚ ਸਿੱਖਣ ਪ੍ਰਤੀ ਜਿਗਿਆਸਾ ਦਾ ਜਨਮ ਹੋਣਾ ਚਾਹੀਦਾ। ਪ੍ਰਯੋਗਸ਼ਾਲਾ ਕਾਰਜ ਜਦੋਂ ਆਪਾਂ ਕਰਦੇ ਹਾਂ ਵਿਦਿਆਰਥੀਆਂ ਵਿੱਚ ਕਿਉਰਿਓਸਿਟੀ ਹੋਣੀ ਚਾਹੀਦੀ ਹੈ, ਜਿਗਿਆਸਾ ਜਾਗਣੀ ਚਾਹੀਦੀ ਹੈ ਕਿ ਆਪਾਂ ਕੀ ਪ੍ਰਯੋਗ ਕਰਨ ਵਾਲੇ ਹਾਂ। ਜੇਕਰ ਉਹਨਾਂ ਨੂੰ ਪ੍ਰਯੋਗ ਦੇ ਉਦੇਸ਼ਾਂ ਦੀ ਸਹੀ ਸਮਝ ਹੋਵੇਗੀ ਤਾਂ ਉਹਨਾਂ ਵਿੱਚ ਰੁਚੀ ਦਾ ਵੀ ਵਿਕਾਸ ਹੋਵੇਗਾ। ਜੇਕਰ ਉਹਨਾਂ ਨੂੰ ਸਹੀ ਸਮਝ ਹੋਵੇਗੀ ਜੀ ਤਾਂ ਉਹਨਾਂ ਵਿੱਚ ਰੁਚੀ ਦਾ ਵਿਕਾਸ ਹੋਵੇਗਾ, ਉਹ ਆਪਣੇ ਆਪ ਆਨੰਦ ਲੈਣਗੇ ਪ੍ਰਯੋਗਸ਼ਾਲਾ ਵਿੱਚ ਜਾ ਕੇ। ਇਸ ਕਾਰਨ ਅਧਿਆਪਕ ਨੂੰ ਧਿਆਨ ਰੱਖਣਾ ਚਾਹੀਦਾ ਹੈ ਕਿ ਕਿਹੜੀਆਂ ਗੱਲਾਂ ਧਿਆਨ ਰੱਖਣਾ ਚਾਹੀਦਾ ਹੈ। ਵਿਦਿਆਰਥੀਆਂ ਨੂੰ ਪ੍ਰਯੋਗ ਸੰਬੰਧਿਤ ਗਿਆਨ ਹੈ ਤਾਂ ਉਪਕਰਨਾਂ ਦੀ ਵਰਤੋਂ ਦੇ ਸਿਧਾਂਤਾਂ ਦੀ ਵੀ ਸਮਝ ਹੈ। ਕਲਾਸਰੂਮ ਅਧਿਆਪਨ ਅਤੇ ਪ੍ਰਯੋਗਸ਼ਾਲਾ ਪ੍ਰਕਿਰਿਆ ਵਿੱਚ ਅੰਤਰ ਸੰਬੰਧ ਹੋਣਾ ਚਾਹੀਦਾ। ਕਲਾਸਰੂਮ ਅਧਿਆਪਨ ਅਤੇ ਪ੍ਰਯੋਗਸ਼ਾਲਾ ਪ੍ਰਕਿਰਿਆ ਵਿੱਚ ਅੰਤਰ ਸੰਬੰਧ ਹੋਣਾ ਚਾਹੀਦਾ। ਕਲਾਸਰੂਮ 'ਚ ਜੋ ਆਪਾਂ ਟੋਪਿਕ ਕਰਾ ਰਹੇ ਹਾਂ ਉਹੀ ਉਸੇ ਦਿਨ ਹੀ ਜਾਂ ਉਸ ਤੋਂ ਅਗਲੇ ਦਿਨ ਪ੍ਰਯੋਗਸ਼ਾਲਾ ਵਿੱਚ ਉਸ ਦਾ ਪ੍ਰੈਕਟੀਕਲ ਕਰਕੇ ਦਿਖਾਉਣਾ, ਇਸ ਨੂੰ ਹੀ ਅੰਤਰ ਸੰਬੰਧ ਕਹਿੰਦੇ ਹਨ। ਪ੍ਰਯੋਗਸ਼ਾਲਾ ਕਾਰਜ ਦੀ ਯੋਜਨਾਬੰਦੀ ਕਰਦੇ ਸਮੇਂ ਅਧਿਆਪਕ ਨੂੰ ਇਹ ਵੀ ਧਿਆਨ ਵਿੱਚ ਰੱਖਣਾ ਚਾਹੀਦਾ ਹੈ ਕਿ ਪ੍ਰਯੋਗਾਂ ਤੋਂ ਇਲਾਵਾ ਕਿਰਿਆਵਾਂ, ਪ੍ਰਦਰਸ਼ਨ, ਪ੍ਰੋਜੈਕਟ ਆਦਿ ਵੀ ਪ੍ਰਯੋਗਸ਼ਾਲਾ ਕਾਰਜ ਵਿੱਚ ਸ਼ਾਮਲ ਹੁੰਦੇ ਹਨ। ਹਾਂਜੀ, ਪ੍ਰਯੋਗਾਂ ਤੋਂ ਇਲਾਵਾ ਕੀ ਕੀ ਹੁੰਦਾ? ਕਿਰਿਆਵਾਂ ਹੁੰਦੀਆਂ ਹਨ, ਪ੍ਰਦਰਸ਼ਨ ਹੁੰਦੇ ਹਨ, ਪ੍ਰੋਜੈਕਟ ਹੁੰਦੇ ਹਨ, ਇਹ ਵੀ ਪ੍ਰਯੋਗਸ਼ਾਲਾ ਕਾਰਜ ਵਿੱਚ ਸ਼ਾਮਲ ਹੁੰਦੇ ਹਨ। ਸੋ ਕਿਸੇ ਵੀ ਉਪ ਵਿਸ਼ੇ ਨੂੰ ਪੜ੍ਹਾਉਣ ਤੋਂ ਪਹਿਲਾਂ ਇਸ ਗੱਲ ਉੱਤੇ ਵਿਚਾਰ ਕਰਨਾ ਚਾਹੀਦਾ ਹੈ ਕਿ ਇਸ ਨਾਲ ਸੰਬੰਧਿਤ ਕਿਸ ਤਰ੍ਹਾਂ ਦੀ ਕਿਰਿਆ ਪ੍ਰਯੋਗਸ਼ਾਲਾ ਵਿੱਚ ਕੀਤੀ ਜਾ ਸਕਦੀ ਹੈ। ਨੰਬਰ 2 ਪੁਆਇੰਟ, ਵਿਦਿਆਰਥੀ ਪ੍ਰਯੋਗਸ਼ਾਲਾ ਵਿੱਚ ਹਮੇਸ਼ਾ ਤਿਆਰ ਹੋ ਕੇ ਆਉਣ। ਉਹਨਾਂ ਨੂੰ ਲੈਬ ਮੈਨੂਅਲ ਅਤੇ ਹੋਰ ਸਹਾਇਕ ਸਮੱਗਰੀ ਦੀ ਵਰਤੋਂ ਲਈ ਪ੍ਰੋਤਸਾਹਿਤ ਕਰਨਾ ਚਾਹੀਦਾ ਹੈ। ਵਿਦਿਆਰਥੀ ਪ੍ਰਯੋਗਸ਼ਾਲਾ ਵਿੱਚ ਹਮੇਸ਼ਾ ਤਿਆਰ ਹੋ ਕੇ ਆਉਣ, ਉਹਨਾਂ ਨੂੰ ਲੈਬ ਮੈਨੂਅਲ ਅਤੇ ਹੋਰ ਸਹਾਇਕ ਸਮੱਗਰੀ ਦੀ ਵਰਤੋਂ ਲਈ ਵੀ ਤਿਆਰ ਕਰਨਾ ਚਾਹੀਦਾ ਹੈ। ਨੰਬਰ 3 ਪੁਆਇੰਟ ਜੋ ਹੈ ਪ੍ਰਯੋਗਸ਼ਾਲਾ ਕਾਰਜ ਦੌਰਾਨ ਵਿਚਾਰ ਵਟਾਂਦਰਾ 'ਤੇ ਜ਼ੋਰ ਦੇਣਾ ਚਾਹੀਦਾ ਹੈ ਅਤੇ ਉਹਨਾਂ ਦੇ ਕਾਰਜ ਦਾ ਮੁਲਾਂਕਣ ਲਗਾਤਾਰ ਕਰਨਾ ਚਾਹੀਦਾ ਹੈ। ਇਸ ਨਾਲ ਵਿਦਿਆਰਥੀ ਦੇ ਮਨ ਦੀਆਂ ਸ਼ੰਕਾਵਾਂ ਦੂਰ ਹੋ ਜਾਂਦੀਆਂ ਹਨ ਅਤੇ ਗਿਆਨ ਨਿਰਮਾਣ ਦੀ ਪ੍ਰਕਿਰਿਆ ਨੂੰ ਪ੍ਰੋਤਸਾਹਨ ਮਿਲਦਾ ਹੈ। ਪ੍ਰਯੋਗਸ਼ਾਲਾ ਕਾਰਜ ਜੋ ਹੈ ਜੀ ਉਹਦੇ ਦੌਰਾਨ ਵਿਚਾਰ ਵਟਾਂਦਰੇ 'ਤੇ ਜ਼ੋਰ ਦੇਣਾ ਚਾਹੀਦਾ ਹੈ ਅਤੇ ਉਹਨਾਂ ਦੇ ਕਾਰਜ ਦਾ ਮੁਲਾਂਕਣ ਵੀ ਲਗਾਤਾਰ ਕਰਨਾ ਚਾਹੀਦਾ ਹੈ। ਇਸ ਨਾਲ ਵਿਦਿਆਰਥੀਆਂ ਦੇ ਮਨ ਦੀਆਂ ਸ਼ੰਕਾਵਾਂ ਦੂਰ ਹੋ ਜਾਂਦੀਆਂ ਹਨ ਅਤੇ ਗਿਆਨ ਨਿਰਮਾਣ ਦੀ ਪ੍ਰਕਿਰਿਆ ਨੂੰ ਪ੍ਰੋਤਸਾਹਨ ਵੀ ਮਿਲਦਾ ਹੈ ਜੀ। ਅਗਲਾ ਪੁਆਇੰਟ ਜੋ 4 ਪੁਆਇੰਟ ਹੈ, ਪ੍ਰਯੋਗਸ਼ਾਲਾ ਨਾਲ ਸੰਬੰਧਿਤ ਸਮਾਂ ਸਾਰਣੀ। 4th ਪੁਆਇੰਟ, ਪ੍ਰਯੋਗਸ਼ਾਲਾ ਨਾਲ ਸੰਬੰਧਿਤ ਸਮਾਂ ਸਾਰਣੀ, ਪ੍ਰਯੋਗਾਂ ਦੀ ਸੂਚੀ ਅਤੇ ਨਿਯਮ ਨੋਟਿਸ ਬੋਰਡ 'ਤੇ ਦਰਸਾਏ ਜਾਣੇ ਚਾਹੀਦੇ ਹਨ। ਹਾਂਜੀ, ਨੋਟਿਸ ਬੋਰਡ ਜੋ ਸਕੂਲ ਦਾ, ਕਾਲਜ ਦਾ ਹੁੰਦਾ ਉਸ 'ਤੇ ਪ੍ਰਯੋਗਾਂ ਸੰਬੰਧੀ ਹਦਾਇਤਾਂ, ਸਮਾਂ ਸਾਰਣੀ, ਪ੍ਰਯੋਗਾਂ ਦੀ ਸੂਚੀ ਦਰਸਾਈ ਜਾਣੀ ਚਾਹੀਦੀ ਹੈ। ਨੰਬਰ 5 ਪੁਆਇੰਟ, ਪ੍ਰਯੋਗਸ਼ਾਲਾ ਵਿੱਚ ਅਨੁਸ਼ਾਸਨ 'ਤੇ ਖਾਸ ਧਿਆਨ ਰੱਖਣਾ ਚਾਹੀਦਾ ਹੈ। ਵਿਦਿਆਰਥੀ ਅਨੁਸ਼ਾਸਨ ਵਿੱਚ ਰਹਿਣ ਕਿਉਂਕਿ ਉੱਥੇ ਕਈ ਤਰ੍ਹਾਂ ਦੇ ਉਪਕਰਨ ਹੁੰਦੇ ਹਨ ਜਿਨ੍ਹਾਂ ਤੋਂ ਵਿਦਿਆਰਥੀਆਂ ਨੂੰ ਵੀ ਖਤਰਾ ਹੋ ਸਕਦਾ ਜੀ। ਪ੍ਰਯੋਗਸ਼ਾਲਾ ਕਾਰਜ ਲਈ ਗਰੁੱਪ ਸਥਾਪਿਤ ਕਰਨ। ਪ੍ਰਯੋਗਸ਼ਾਲਾ ਲਈ ਵਿਦਿਆਰਥੀਆਂ ਦੀ ਗਰੁੱਪਿੰਗ 2 ਢੰਗਾਂ ਨਾਲ ਕੀਤੀ ਜਾ ਸਕਦੀ। ਨੰਬਰ 1 ਪੁਆਇੰਟ, ਸਾਰੇ ਵਿਦਿਆਰਥੀ ਇੱਕ ਸਮੇਂ 'ਤੇ ਇੱਕ ਉਪਕਰਨ 'ਤੇ ਕੰਮ ਕਰਨ। ਇਸ ਵਿਧੀ ਵਿੱਚ ਅਧਿਆਪਕ ਵਿਦਿਆਰਥੀਆਂ ਨੂੰ
ਇੱਕੋ ਜਿਹੀਆਂ ਹਦਾਇਤਾਂ ਦੇ ਸਕਦਾ ਹੈ, ਪਰ ਇਹ ਵਿਧੀ ਘੱਟ ਵਿਦਿਆਰਥੀਆਂ ਵਾਲੀ ਕਲਾਸ ਲਈ ਵਰਤੀ ਜਾ ਸਕਦੀ। ਸਾਰੇ ਵਿਦਿਆਰਥੀ ਇੱਕ ਸਮੇਂ 'ਤੇ ਇੱਕ ਉਪਕਰਨ 'ਤੇ ਕੰਮ ਕਰਨ। ਇਸ ਵਿਧੀ ਵਿੱਚ ਇਹ ਅਧਿਆਪਕ ਵਿਦਿਆਰਥੀਆਂ ਨੂੰ ਇੱਕੋ ਜਿਹੀਆਂ ਹਦਾਇਤਾਂ ਦੇ ਸਕਦਾ ਹੈ, ਪਰ ਇਹ ਵਿਧੀ ਕੀ ਹੈ, ਘੱਟ ਵਿਦਿਆਰਥੀਆਂ ਵਾਲੀ ਕਲਾਸ ਲਈ ਵਰਤੀ ਜਾ ਸਕਦੀ ਹੈ। ਸੈਕਿੰਡ ਪੁਆਇੰਟ, ਜੇਕਰ ਵਿਦਿਆਰਥੀਆਂ ਦੀ ਗਿਣਤੀ ਜ਼ਿਆਦਾ ਹੈ ਤਾਂ ਉਹਨਾਂ ਨੂੰ 3 ਤੋਂ 5 ਵਿਦਿਆਰਥੀਆਂ ਦੇ ਗਰੁੱਪ ਵਿੱਚ ਵੰਡਿਆ ਜਾ ਸਕਦਾ ਹੈ ਅਤੇ ਸਾਈਕਲ ਮੈਨਰ ਵਿੱਚ ਪ੍ਰਯੋਗਾਂ ਦੀ ਵੰਡ ਕੀਤੀ ਜਾ ਸਕਦੀ ਹੈ। ਅਧਿਆਪਕ ਪ੍ਰਯੋਗਾਂ ਦਾ ਰਿਕਾਰਡ ਰੱਖ ਸਕਦਾ ਜੀ। ਦੋ ਤਰ੍ਹਾਂ ਇਹਨਾਂ ਨੇ ਗਰੁੱਪ ਬਣਾਇਆ। ਇੱਕ ਤਾਂ ਜੀ ਸਾਰੇ ਵਿਦਿਆਰਥੀ ਇੱਕ ਸਮੇਂ 'ਤੇ ਇੱਕ ਉਪਕਰਨ 'ਤੇ ਕੰਮ ਕਰਨ। ਇਸ ਵਿਧੀ ਵਿੱਚ ਅਧਿਆਪਕ ਵਿਦਿਆਰਥੀ ਨੂੰ ਇੱਕੋ ਜਿਹੀ ਹਦਾਇਤਾਂ ਦੇ ਸਕਦਾ ਹੈ, ਪਰ ਇਹ ਵਿਧੀ ਘੱਟ ਵਿਦਿਆਰਥੀਆਂ ਵਾਲੀ ਕਲਾਸ ਲਈ ਵਰਤੀ ਜਾ ਸਕਦੀ ਹੈ। ਜੇਕਰ ਜ਼ਿਆਦਾ ਹੋਵੇ ਤਾਂ ਉਹਨਾਂ ਵਿੱਚ 3 ਤੋਂ 5 ਵਿਦਿਆਰਥੀ ਗਰੁੱਪ ਬਣਾ ਕੇ ਸਾਈਕਲਿਕ ਮੈਨਰ ਵਿੱਚ ਪ੍ਰਯੋਗਾਂ ਦੀ ਵੰਡ ਕੀਤੀ ਜਾਂਦੀ ਹੈ ਕਿ ਪਹਿਲਾਂ ਕੋਈ ਦੂਸਰਾ ਪ੍ਰਯੋਗ ਕਰੂਗਾ, ਫਿਰ ਉਹ ਵਾਲੀ ਟੀਮ ਦੂਸਰਾ ਕਰੇਗੀ, ਫਿਰ ਉਹ ਵਾਲੀ ਟੀਮ ਤੀਸਰਾ। ਇਸ ਤਰ੍ਹਾਂ 3 ਟੀਮਾਂ ਬਣਾਈਆਂ ਗਈਆਂ ਹਨ ਅਤੇ ਵਾਰੋ ਵਾਰੀ 3 ਪ੍ਰਯੋਗ ਕਰ ਲੈਂਦੇ ਹਨ। ਪ੍ਰਯੋਗਸ਼ਾਲਾ ਕਾਰਜ ਪ੍ਰਤੀ ਪਹੁੰਚ ਕੀ ਆਈ? ਨਿਗਮਨਾਤਮਿਕ ਡਿਡਕਟਿਵ। ਇਸ ਪਹੁੰਚ ਵਿੱਚ ਵਿਸ਼ੇ ਨਾਲ ਸੰਬੰਧਿਤ ਸੰਕਲਪ ਅਤੇ ਸਿਧਾਂਤ ਪਹਿਲਾਂ ਸਮਝਾਏ ਜਾਂਦੇ ਹਨ ਅਤੇ ਬਾਅਦ ਵਿੱਚ ਪ੍ਰਯੋਗ ਕਰਵਾਇਆ ਜਾਂਦਾ ਹੈ। ਵਿਦਿਆਰਥੀਆਂ ਦੁਆਰਾ ਪਹਿਲਾਂ ਸਮਝੇ ਗਏ ਵਿਸ਼ੇ ਦੇ ਸਿਧਾਂਤਾਂ ਦਾ ਮੁੜ ਨਿਰੀਖਣ ਕੀਤਾ ਜਾਂਦਾ ਹੈ। ਅਗਮਨਾਤਮਿਕ ਪਹੁੰਚ ਜੋ ਹੈ, ਕਲਾਸ ਵਿੱਚ ਵਿਸ਼ਾ ਪੜ੍ਹਾਉਣ ਤੋਂ ਪਹਿਲਾਂ ਵਿਦਿਆਰਥੀਆਂ ਨੂੰ ਤਜਰਬਿਆਂ ਰਾਹੀਂ ਸਿਧਾਂਤਾਂ, ਨਿਯਮਾਂ ਅਤੇ ਸੰਕਲਪਾਂ ਦੇ ਨਿਰਮਾਣ ਦੇ ਮੌਕੇ ਦਿੱਤੇ ਜਾਂਦੇ ਹਨ, ਜਿਨ੍ਹਾਂ ਦੇ ਸਿਧਾਂਤ ਨੂੰ ਪ੍ਰਯੋਗਸ਼ਾਲਾ ਕਾਰਜ ਤੋਂ ਬਾਅਦ ਰਾਹੀਂ ਪੁਨਰ ਸਥਾਪਿਤ ਕੀਤਾ ਜਾ ਸਕਦਾ ਹੈ। ਇਹ ਜੋ 2 ਤਕਨੀਕਾਂ ਆਪਾਂ ਸਮਝੀਆਂ ਹਨ, ਆਪਾਂ ਫਿਰ ਵੇਖ ਲਈਏ। ਨਿਗਮਨਾਤਮਿਕ, ਇਸ ਵਿੱਚ ਕੀ ਹੈ ਜੀ, ਇਸ ਪਹੁੰਚ ਵਿੱਚ ਵਿਸ਼ੇ ਨਾਲ ਸੰਬੰਧਿਤ ਸੰਕਲਪ ਅਤੇ ਸਿਧਾਂਤ ਪਹਿਲਾਂ ਸਮਝਾਏ ਜਾਂਦੇ ਹਨ ਅਤੇ ਬਾਅਦ ਵਿੱਚ ਪ੍ਰਯੋਗ ਕਰਵਾਇਆ ਜਾਂਦਾ। ਠੀਕ ਹੈ ਜੀ। ਅਤੇ ਅਗਾਤਮਿਕ ਵਿੱਚ ਕੀ ਹੈ, ਕਲਾਸ ਵਿੱਚ ਵਿਸ਼ਾ ਪੜ੍ਹਾਉਣ ਤੋਂ ਪਹਿਲਾਂ ਵਿਦਿਆਰਥੀਆਂ ਨੂੰ ਪ੍ਰਯੋਗ ਕਰਾਇਆ ਜਾਂਦਾ ਹੈ ਅਤੇ ਬਾਅਦ ਵਿੱਚ ਫਿਰ ਉਹਨਾਂ ਨੂੰ ਵਿਸ਼ਾ ਪੜ੍ਹਾਇਆ ਜਾਂਦਾ ਹੈ। ਸਮੱਸਿਆ ਹੱਲ ਵਿਧੀ। ਸਮੱਸਿਆ ਅਧਿਆਪਕ ਅਤੇ ਵਿਦਿਆਰਥੀਆਂ ਦੁਆਰਾ ਕਿਸੇ ਮਹੱਤਵਪੂਰਨ ਵਿਦਿਅਕ ਮੁਸ਼ਕਲ ਦੇ ਸਪਸ਼ਟੀਕਰਨ ਜਾਂ ਹੱਲ 'ਤੇ ਪਹੁੰਚਣ ਦੀ ਸੁਚੇਤ, ਉਦੇਸ਼ਪੂਰਨ ਅਤੇ ਯੋਜਨਾਬੱਧ ਢੰਗ ਨਾਲ ਕੋਸ਼ਿਸ਼ ਕੀਤੀ ਜਾਂਦੀ ਹੈ। ਵਿਦਿਆਰਥੀਆਂ ਵਿੱਚ ਉਦਾਰ ਮਨੋਵਿਰਤੀ ਉਤੇਜਿਤ ਹੁੰਦੀ ਹੈ ਅਤੇ ਸਮੱਸਿਆ ਦੇ ਤਾਰਕਿਕ ਹੱਲ ਵੱਲ ਉਕਸਾਇਆ ਜਾਂਦਾ ਹੈ। ਸਮੱਸਿਆ ਹੱਲ ਵਿਧੀ ਕੀ ਹੈ? ਇਹ ਅਧਿਆਪਕ ਅਤੇ ਵਿਦਿਆਰਥੀਆਂ ਦੁਆਰਾ ਕਿਸੇ ਮਹੱਤਵਪੂਰਨ ਵਿਦਿਅਕ ਮੁਸ਼ਕਲ ਦੇ ਸਪਸ਼ਟੀਕਰਨ ਜਾਂ ਹੱਲ 'ਤੇ ਪਹੁੰਚ ਦੀ ਸੁਚੇਤ, ਉਦੇਸ਼ਪੂਰਨ ਅਤੇ ਯੋਜਨਾਬੱਧ ਢੰਗ ਨਾਲ ਕੋਸ਼ਿਸ਼ ਕੀਤੀ ਜਾਂਦੀ ਹੈ। ਵਿਦਿਆਰਥੀਆਂ ਵਿੱਚ ਉਦਾਰ ਮਨੋਵਿਰਤੀ ਉਤੇਜਿਤ ਹੁੰਦੀ ਹੈ। ਸਮੱਸਿਆਵਾਂ ਦੇ ਤਾਰਕਿਕ ਹੱਲ ਵੱਲ ਉਕਸਾਇਆ ਜਾਂਦਾ ਇਹਨਾਂ ਨੂੰ। ਹਾਂਜੀ, ਇਸ ਦੇ ਨਾਲ ਹੀ ਆਪਣੀ ਇਹ ਕਲਾਸ ਖਤਮ ਹੋ ਚੁੱਕੀ ਹੈ। ਇਹ ਕਲਾਸ ਵਿੱਚ ਕੁਐਸਚਨ ਆਉਣ ਦੀ ਸੰਭਾਵਨਾ ਹੈ, ਤੁਹਾਨੂੰ ਪਹਿਲਾਂ ਹੀ ਮੈਂ ਦੱਸ ਚੁੱਕਿਆ ਹਾਂ। ਅੱਜ ਜੋ ਆਪਾਂ ਪੜ੍ਹਿਆ ਇੱਕ ਵਾਰ ਫਿਰ ਦੁਬਾਰਾ ਥੋੜ੍ਹਾ ਜਿਹਾ ਰੀਡ ਕਰ ਲੈਂਦੇ ਜੀ। ਪ੍ਰਯੋਗਸ਼ਾਲਾ ਕਾਰਜ ਦੀ ਯੋਜਨਾਬੰਦੀ ਪੜ੍ਹਿਆ। ਪ੍ਰਯੋਗਸ਼ਾਲਾ ਕਾਰਜ ਵਿਗਿਆਨ ਸਿੱਖਿਆ ਦਾ ਨਿਖੜਵਾਂ ਅੰਗ ਹੈ, ਕਿਉਂਕਿ ਤੁਹਾਨੂੰ ਪਤਾ ਹੀ ਵਿਗਿਆਨ ਜੋ ਪ੍ਰਯੋਗਾਂ ਨਾਲ ਹੀ ਭਰੀ ਹੋਈ ਹੈ। ਕਿੰਨੀਆਂ ਹੀ ਖੋਜਾਂ ਪ੍ਰਯੋਗਸ਼ਾਲਾ ਵਿੱਚ ਹੀ ਸੰਭਵ ਹੋਈਆਂ ਹਨ। ਅਤੇ ਪ੍ਰਯੋਗਸ਼ਾਲਾ ਵਿੱਚ ਕੀ ਕੀਤਾ ਜਾਂਦਾ ਜੀ, ਸਮੱਸਿਆ ਪਛਾਣੀ ਜਾਂਦੀ, ਤਜਰਬੇ ਇਕੱਠੇ ਕੀਤੇ ਜਾਂਦੇ, ਡਾਟਾ ਇਕੱਠਾ ਕਰਕੇ ਵਿਸ਼ਲੇਸ਼ਣ ਕੀਤਾ ਜਾਂਦਾ ਹੈ। ਪ੍ਰਯੋਗੀ ਕੰਮ ਕਰਨ ਦੀ ਯੋਜਨਾਬੰਦੀ ਜਦੋਂ ਅਧਿਆਪਕ ਨੇ ਬਣਾਉਣੀ ਹੈ ਤਾਂ ਕੀ ਗੱਲਾਂ ਆਪਾਂ ਨੂੰ ਧਿਆਨ ਵਿੱਚ ਰੱਖਣੀਆਂ ਚਾਹੀਦੀਆਂ ਹਨ? ਕੀ ਵਿਦਿਆਰਥੀਆਂ ਲਈ ਪ੍ਰਯੋਗ ਦੇ ਉਦੇਸ਼ ਸਪਸ਼ਟ ਹਨ? ਇਹ ਰੱਖਣਾ ਚਾਹੀਦਾ। ਇਸ ਲਈ ਪ੍ਰਯੋਗ ਸ਼ੁਰੂ ਕਰਨ ਤੋਂ ਪਹਿਲਾਂ ਵਿਦਿਆਰਥੀਆਂ ਨਾਲ ਪ੍ਰਯੋਗ ਬਾਰੇ ਚਰਚਾ ਕਰਨੀ ਚਾਹੀਦੀ ਹੈ ਜੀ। ਫਿਰ ਨੰਬਰ 2, ਪ੍ਰਯੋਗ ਕਾਰਜ ਦੌਰਾਨ ਅਧਿਆਪਕ ਦੀ ਕੀ ਭੂਮਿਕਾ ਹੋਵੇਗੀ? ਪ੍ਰਯੋਗੀ ਕਾਰਜ ਦੌਰਾਨ ਵਰਤੇ ਜਾਣ ਵਾਲੇ ਉਪਕਰਨ ਅਧਿਆਪਕ ਦੁਆਰਾ ਪਹਿਲਾਂ ਜਾਂਚ ਲੈਣੇ ਚਾਹੀਦੇ ਹਨ ਕਿ ਉਹ ਸਹੀ ਕੰਮ ਕਰ ਰਹੇ ਹਨ ਜਾਂ ਨਹੀਂ। ਪ੍ਰਯੋਗ ਸਥਾਪਿਤ ਕਰਨ ਵਿੱਚ ਵਿਦਿਆਰਥੀਆਂ ਦਾ ਸਹਿਯੋਗ ਕਿਵੇਂ ਲਿਆ ਜਾਵੇਗਾ? ਪ੍ਰਯੋਗ ਵਿੱਚ ਵਰਤੇ ਜਾਣ ਵਾਲੇ ਉਪਕਰਨਾਂ ਦੀ ਗਿਣਤੀ ਕਾਫੀ ਹੋਣੀ ਚਾਹੀਦੀ ਹੈ ਤਾਂ ਜੋ ਵਿਦਿਆਰਥੀ ਇਕੱਲੇ ਤੌਰ 'ਤੇ ਜਾਂ 2-3 ਦੇ ਗਰੁੱਪ ਵਿੱਚ ਕੰਮ ਕਰ ਸਕਣ। ਜੇਕਰ ਵਿਦਿਆਰਥੀਆਂ ਦੀ ਗਿਣਤੀ ਜ਼ਿਆਦਾ ਹੋਵੇ ਤਾਂ ਉਹਨਾਂ ਨੂੰ ਗਰੁੱਪਾਂ ਵਿੱਚ ਵੰਡ ਲੈਣਾ ਚਾਹੀਦਾ ਹੈ। 7 ਪੁਆਇੰਟ ਵਿੱਚ, ਜੇਕਰ ਕਿਸੇ ਪ੍ਰਯੋਗਾਂ ਲਈ ਲੋੜੀਂਦੇ ਉਪਕਰਨ ਪੂਰੀ ਗਿਣਤੀ ਵਿੱਚ ਉਪਲਬਧ ਨਾ ਹੋਣ ਤਾਂ ਇੱਕ ਤੋਂ ਜ਼ਿਆਦਾ ਪ੍ਰਯੋਗ ਇੱਕੋ ਸਮੇਂ ਯੋਜਨਾਬੰਦੀ ਕਰ ਲੈਣੀ ਚਾਹੀਦੀ ਹੈ ਤਾਂ ਜੋ ਵਿਦਿਆਰਥੀ ਵਾਰ-ਵਾਰ ਪ੍ਰਯੋਗ ਕਰ ਸਕਣ। ਨੰਬਰ 8, ਕੀ ਪ੍ਰਯੋਗ ਵਿਧੀ ਸਰਲ ਹੈ? ਇਸ ਬਾਰੇ ਵੀ ਧਿਆਨ ਰੱਖਣਾ ਚਾਹੀਦਾ। ਪ੍ਰਯੋਗਸ਼ਾਲਾ ਕਾਰਜ ਅਤੇ ਕਲਾਸਰੂਮ ਪ੍ਰਕਿਰਿਆ ਵਿੱਚ ਅੰਤਰ ਸੰਬੰਧ ਵੀ ਸਥਾਪਿਤ ਕਿਵੇਂ ਕਰਨਾ, ਇਸ ਦਾ ਧਿਆਨ। ਪ੍ਰਯੋਗਸ਼ਾਲਾ ਕਾਰਜ ਵਿੱਚ ਆਮ ਕਰਕੇ 2 ਪਹੁੰਚਾਂ ਹਨ, ਨਿਗਮਨਾਤਮਿਕ ਅਤੇ ਅਗਨਾਤਮਿਕ। ਇਹਨਾਂ ਬਾਰੇ ਧਿਆਨ ਰੱਖਣਾ ਚਾਹੀਦਾ। ਜਿੱਥੋਂ ਤੱਕ ਹੋ ਸਕੇ ਤਾਂ ਅਗਮਨਾਤਮਿਕ ਪਹੁੰਚ ਨੂੰ ਪਹਿਲ ਦੇਣੀ ਚਾਹੀਦੀ, ਕਿਉਂਕਿ ਇਸ ਵਿੱਚ ਪਹਿਲਾਂ ਕੀ ਕਰਕੇ ਪ੍ਰਯੋਗ ਕਰਕੇ ਦਿਖਾਇਆ ਜਾਂਦਾ ਅਤੇ ਬਾਅਦ ਵਿੱਚ ਉਸ ਦਾ ਚੈਪਟਰ ਪੜ੍ਹਾਇਆ ਜਾਂਦਾ ਹੈ। ਵਿਦਿਆਰਥੀਆਂ ਨੂੰ ਦੇਖੋ, ਜੇਕਰ ਉਹਨਾਂ ਨੂੰ ਪ੍ਰਯੋਗ ਦੇ ਉਦੇਸ਼ਾਂ ਦੀ ਸਹੀ ਸਮਝ ਹੋਵੇਗੀ ਤਾਂ ਉਹਨਾਂ ਦੀ ਰੁਚੀ ਦਾ ਵਿਕਾਸ ਹੋਵੇਗਾ। ਇਸ ਕਾਰਨ ਅਧਿਆਪਕ ਨੂੰ ਧਿਆਨ ਰੱਖਣਾ ਚਾਹੀਦਾ ਹੈ। ਵਿਦਿਆਰਥੀਆਂ ਨੂੰ ਪ੍ਰਯੋਗ ਕਰਨ ਸੰਬੰਧਿਤ ਗਿਆਨ ਹੈ, ਉਪਕਰਨਾਂ ਦੀ ਵਰਤੋਂ ਸਿਧਾਂਤ ਹੈ। ਕਲਾਸਰੂਮ ਅਧਿਆਪਨ ਅਤੇ ਪ੍ਰਯੋਗਸ਼ਾਲਾ ਪ੍ਰਕਿਰਿਆ ਵਿੱਚ ਅੰਤਰ ਸੰਬੰਧ ਹੋਣਾ ਚਾਹੀਦਾ ਜੀ। ਪ੍ਰਯੋਗਸ਼ਾਲਾ ਕਾਰਜ ਦੀ ਯੋਜਨਾਬੰਦੀ ਕਰਦੇ ਸਮੇਂ ਅਧਿਆਪਕ ਨੂੰ
ਧਿਆਨ ਰੱਖਣਾ ਚਾਹੀਦਾ ਹੈ ਕਿ ਪ੍ਰੋਜੈਕਟ ਪ੍ਰਯੋਗਸ਼ਾਲਾ ਵਿੱਚ ਸ਼ਾਮਿਲ ਹੁੰਦੇ ਹਨ। ਸੈਕਿੰਡ ਪੁਆਇੰਟ ਹੈ, ਵਿਦਿਆਰਥੀ ਪ੍ਰਯੋਗਸ਼ਾਲਾ ਵਿੱਚ ਹਮੇਸ਼ਾ ਤਿਆਰ ਹੋ ਕੇ ਆਉਣ। ਉਹਨਾਂ ਨੂੰ ਲੈਬ ਮੈਨੂਅਲ ਅਤੇ ਹੋਰ ਸਹਾਇਕ ਸਮੱਗਰੀ ਦੀ ਵਰਤੋਂ ਲਈ ਪ੍ਰੋਤਸਾਹਿਤ ਕੀਤਾ ਜਾਵੇ। ਥਰਡ ਪੁਆਇੰਟ ਹੈ, ਪ੍ਰਯੋਗਸ਼ਾਲਾ ਕਾਰਜ ਦੌਰਾਨ ਵਿਚਾਰ ਵਟਾਂਦਰੇ 'ਤੇ ਜ਼ੋਰ ਦੇਣਾ ਚਾਹੀਦਾ ਅਤੇ ਉਹਨਾਂ ਦੇ ਕਾਰਜ ਦਾ ਮੁਲਾਂਕਣ ਲਗਾਤਾਰ ਕਰਦੇ ਰਹਿਣਾ ਚਾਹੀਦਾ। 5 ਪੁਆਇੰਟ ਜੀ, ਪ੍ਰਯੋਗਸ਼ਾਲਾ ਨਾਲ ਸੰਬੰਧਿਤ ਹਦਾਇਤਾਂ, ਸਮਾਂ ਸਾਰਣੀ, ਪ੍ਰਯੋਗਾਂ ਦੀ ਸੂਚੀ ਨੋਟਿਸ ਬੋਰਡ 'ਤੇ ਲਗਾ ਦੇਣੀ ਚਾਹੀਦੀ ਹੈ। 5 ਪੁਆਇੰਟ ਹੈ ਜੀ, ਪ੍ਰਯੋਗਸ਼ਾਲਾ ਵਿੱਚ ਅਨੁਸ਼ਾਸਨ ਨੂੰ ਵੱਲ ਖਾਸ ਧਿਆਨ ਦੇਣਾ ਚਾਹੀਦਾ ਹੈ। ਅਗਲਾ ਜੀ, ਪ੍ਰਯੋਗਸ਼ਾਲਾ ਕਾਰਜ ਲਈ ਗਰੁੱਪ ਕਿਸ ਤਰ੍ਹਾਂ ਸਥਾਪਿਤ ਕੀਤੇ ਜਾ ਸਕਦੇ? 2 ਤਰ੍ਹਾਂ ਕੀਤੇ ਜਾ ਸਕਦੇ ਹਨ। ਜੇ ਤਾਂ ਕਲਾਸ ਵਿੱਚ ਘੱਟ ਵਿਦਿਆਰਥੀ ਹਨ ਤਾਂ ਇੱਕ ਹੀ ਉਪਕਰਨ 'ਤੇ ਇੱਕ ਹੀ ਪ੍ਰਯੋਗ ਕਰਾਉਣਾ ਚਾਹੀਦਾ ਹੈ, ਅਤੇ ਜੇਕਰ ਵਿਦਿਆਰਥੀ ਗਿਣਤੀ ਜ਼ਿਆਦਾ ਹੈ ਤਾਂ ਪ੍ਰਯੋਗਾਂ ਨੂੰ ਵੰਡ ਲੈਣਾ ਚਾਹੀਦਾ। 2-3 ਪ੍ਰਯੋਗ ਕਰਵਾ ਕੇ ਵਿਦਿਆਰਥੀਆਂ ਨੂੰ 3 ਜਾਂ 5 ਗਰੁੱਪ ਵਿੱਚ ਵੰਡ ਕੇ ਅਤੇ ਉਹਨਾਂ ਤੋਂ ਉਹ ਪ੍ਰਯੋਗ ਕਰਵਾਏ ਜਾ ਸਕਦੇ ਹਨ। ਪ੍ਰਯੋਗਸ਼ਾਲਾ ਕਾਰਜ ਪ੍ਰਤੀ ਪਹੁੰਚ ਕੀ ਹੈ? ਨਿਗਨਾਤਮਿਕ ਅਤੇ ਅਗਾਤਮਿਕ ਤੁਹਾਨੂੰ ਦੱਸਿਆ। ਨਿਗਨਾਤਮਿਕ 'ਚ ਹੁੰਦਾ ਪਹਿਲਾਂ ਹੀ ਵਿਸ਼ੇ ਨੂੰ ਪੜ੍ਹਾ ਕੇ ਬਾਅਦ ਵਿੱਚ ਪ੍ਰਯੋਗ ਕਰਵਾਉਣਾ, ਅਤੇ ਅਗਮਾਤਮਿਕ ਵਿੱਚ ਹੁੰਦਾ ਜੀ ਪਹਿਲਾਂ ਉਹਨਾਂ ਨੂੰ ਪ੍ਰਯੋਗ ਕਰਵਾ ਕੇ ਬਾਅਦ ਵਿੱਚ ਉਹਨਾਂ ਨੂੰ ਉਸ ਵਿਸ਼ੇ ਬਾਰੇ ਪੜ੍ਹਾਉਣਾ ਜੀ। ਆਹ ਦੇਖੋ, ਉਹਨਾਂ ਦੇ ਸਿਧਾਂਤ ਨੂੰ ਪ੍ਰਯੋਗਸ਼ਾਲਾ ਕਾਰਜ ਤੋਂ ਬਾਅਦ ਵਿਚਾਰ ਵਟਾਂਦਰਾ ਰਾਹੀਂ ਪੁਨਰ ਸਥਾਪਿਤ ਕਰਨਾ। ਸਮੱਸਿਆ ਹੱਲ ਵਿਧੀ। ਸਮੱਸਿਆ ਹੱਲ ਵਿਧੀ ਵਿੱਚ ਕੀ ਹੈ? ਅਧਿਆਪਕ ਅਤੇ ਵਿਦਿਆਰਥੀ ਦੁਆਰਾ ਕਿਸੇ ਮਹੱਤਵਪੂਰਨ ਵਿਦਿਅਕ ਮੁਸ਼ਕਲ ਦੇ ਸਪਸ਼ਟੀਕਰਨ ਜਾਂ ਹੱਲ 'ਤੇ ਪਹੁੰਚਣ ਦੀ ਸੁਚੇਤ, ਉਦੇਸ਼ਪੂਰਨ ਅਤੇ ਯੋਜਨਾਬੱਧ ਢੰਗ ਨਾਲ ਕੀਤੀ ਕੋਸ਼ਿਸ਼ ਹੈ ਜੀ। ਵਿਦਿਆਰਥੀਆਂ ਵਿੱਚ ਉਧਾਰ ਮਨੋਵਿਰਤੀ ਉਤੇਜਿਤ ਹੁੰਦੀ ਹੈ ਅਤੇ ਸਮੱਸਿਆ ਦੇ ਤਾਰਕਿਕ ਹੱਲ ਵੱਲ ਉਕਸਾਇਆ ਜਾਂਦਾ ਹੈ। ਹਾਂਜੀ, ਇਸ ਦੇ ਨਾਲ ਹੀ ਆਪਣੀ ਇਹ 17ਵੀਂ ਕਲਾਸ ਖਤਮ ਹੋ ਚੁੱਕੀ ਹੈ। ਇਹ ਕੁਐਸਚਨ ਆ ਸਕਦਾ ਕਿਉਂਕਿ ਤੁਹਾਨੂੰ ਮੈਂ ਦੱਸ ਦਿੱਤੇ ਆ ਪਿਛਲੀ ਵਾਰ ਕਿਹੜੇ 2 ਕੁਐਸਚਨ ਆਏ ਸਨ, ਅਤੇ ਉਸ ਤੋਂ ਬਾਅਦ 3 ਟੋਪਿਕ ਇਹ ਹੀ ਬਚਦੇ ਹਨ। ਇਹ 3 ਤੁਸੀਂ ਚੰਗੀ ਤਰ੍ਹਾਂ ਕਰ ਲਿਓ। ਤੁਹਾਨੂੰ ਪਹਿਲਾਂ ਹੀ ਦੱਸ ਚੁੱਕਿਆ 3 ਕਲਾਸਾਂ ਕਿਹੜੀਆਂ 14, 16 ਔਰ 17। ਇਹ ਕਲਾਸਾਂ ਵਿੱਚ ਤੁਹਾਨੂੰ 10 ਨੰਬਰ ਦਾ ਕੁਐਸਚਨ ਪੱਕਾ ਹੀ ਮਿਲ ਜਾਵੇਗਾ ਜੀ। ਅਤੇ ਇਸ ਦੇ ਨਾਲ ਹੀ ਜੇਕਰ ਤੁਸੀਂ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ, ਸਬਸਕ੍ਰਾਈਬ ਕਰ ਲਓ। ਚੈਨਲ ਨੂੰ ਜ਼ਿਆਦਾ ਤੋਂ ਜ਼ਿਆਦਾ ਸ਼ੇਅਰ ਕਰ ਦਿਓ ਜੀ, ਵੀਡੀਓਜ਼ ਨੂੰ ਸ਼ੇਅਰ ਕਰ ਦਿਓ। ਜੇਕਰ ਤੁਸੀਂ ETT ਫਸਟ ਔਰ ਸੈਕਿੰਡ ਈਅਰ ਦੇ ਸਟੂਡੈਂਟ ਹੋ, ਤੁਹਾਨੂੰ ਇੱਥੇ ਫਸਟ ਔਰ ਸੈਕਿੰਡ ਈਅਰ ਦੇ ਹਰ ਸਬਜੈਕਟ ਦੀਆਂ ਵੀਡੀਓਜ਼ ਮਿਲ ਜਾਣਗੀਆਂ। ਥੈਂਕ ਯੂ ਜੀ।